ਸਨਮਾਨਯੋਗ ਗੁਰੂ ਨਿਵਾਜੀ ਸਾਧ ਸੰਗਤ ਜੀਓ, ਆਪ ਜੀ ਨੇ ਗੁਰਬਾਣੀ ਕੀਰਤਨ ਦਾ ਆਨੰਦ ਮਾਣਿਆ ਹੈ। ਆਓ ਹੁਣ ਆਪਣੀਆਂ ਮਨੋਬਿਰਤੀਆਂ ਅੱਜ ਦੀ ਗੁਰਬਾਣੀ ਵਿਚਾਰਧਾਰਾ ਨਾਲ ਜੋੜਨ ਦਾ ਯਤਨ ਕਰੀਏ। ਗੁਰੂ ਨਾਨਕ ਸਾਹਿਬ ਇੱਕ ਵਾਰੀ ਸਿਆਲਕੋਟ ਪਹੁੰਚੇ ਸਨ। ਉਹਨਾਂ ਨੇ ਭਾਈ ਮਰਦਾਨਾ ਜੀ ਨੂੰ 2 ਟਕੇ ਦਿੱਤੇ। ਆਖਣ ਲੱਗੇ, 1 ਟਕੇ ਦਾ ਸੱਚ ਅਤੇ 1 ਟਕੇ ਦਾ ਝੂਠ, ਇਹ ਤੁਸੀਂ ਬਾਜ਼ਾਰ ਚੋਂ ਖਰੀਦ ਲਿਆਓ। ਭਾਈ ਮਰਦਾਨਾ ਜੀ ਮੂਲਾ ਜੀ ਦੀ ਦੁਕਾਨ ਤੇ ਚਲੇ ਗਏ। ਭਾਈ ਮੂਲੇ ਨੇ ਇੱਕ ਕਾਗਜ਼ ਦੇ ਟੁਕੜੇ ਉੱਤੇ 2 ਅਕਸ਼ਰ ਲਿਖ ਦਿੱਤੇ। ਉਹ ਅਕਸ਼ਰ ਸਨ ਮਰਨਾ ਸੱਚ ਤੇ ਜਿਉਣਾ ਝੂਠ। ਭਾਈ ਮਰਦਾਨਾ ਜੀ ਉਹ ਕਾਗਜ਼ ਦਾ ਟੁਕੜਾ ਲੈ ਕੇ ਗੁਰੂ ਨਾਨਕ ਸਾਹਿਬ ਕੋਲ ਪਹੁੰਚ ਗਿਆ। ਗੁਰੂ ਨਾਨਕ ਸਾਹਿਬ ਜੀ ਨੇ ਉਸ ਟੁਕੜੇ ਨੂੰ ਵੇਖਿਆ, ਪਰਖਿਆ ਤੇ ਇਸ ਆਦਮੀ ਨੇ ਪੂਰਨ ਤੌਰ ਤੇ ਜੋ ਸੱਚਾਈ ਹੈ ਇਹਨਾਂ ਅੱਖਰਾਂ ਰਾਹੀਂ ਉਹ ਬਿਆਨ ਕੀਤੀ ਹੈ। ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਬਾਣੀ ਵਿੱਚ ਇਹ ਬਚਨ ਲਿਖੇ, ਮਰਨ ਨਾ ਜਾਪੈ ਮੂਲਿਆ, ਆਵੈ ਕਿਤੈ ਥਾਏ। ਇਹ ਜਿਹੜੀ ਮੌਤ ਹੈ, ਇਸ ਦਾ ਨਾ ਤੇ ਸਮੇਂ ਦਾ ਪਤਾ ਹੈ ਸਾਨੂੰ ਕਿਸ ਵਕਤ ਆਉਣੀ ਹੈ, ਤੇ ਨਾ ਸਥਾਨ ਦਾ ਪਤਾ ਹੈ ਕਿਸ ਥਾਂ ਤੇ ਆਉਣੀ ਹੈ। ਇਹ ਦੋਵੇਂ ਚੀਜ਼ਾਂ ਸਾਡੇ ਤੋਂ ਅਗਿਆਤ ਹਨ। ਮਰਨਾ ਅਟੱਲ ਸਚਾਈ ਹੈ, ਇਹਦੇ ਤੋਂ ਕਦੇ ਵੀ ਮੁੱਖ ਨਹੀਂ ਮੋੜਿਆ ਜਾ ਸਕੇਗਾ। ਲੇਕਿਨ ਬੰਦਾ ਹੀ ਬੰਦੇ ਦੀ ਮੌਤ ਦਾ ਕਾਰਨ ਬਣੇ, ਇਹ ਮਨੁੱਖਤਾ ਦੀ ਇੱਕ ਚਿੱਟੀ ਚਾਦਰ ਉੱਤੇ ਬਹੁਤ ਵੱਡਾ ਕਾਲਾ ਧੱਬਾ ਹੈ, ਜਿਹੜਾ ਕਦੇ ਵੀ ਧੋਤਾ ਨਹੀਂ ਜਾ ਸਕੇਗਾ। ਇਹ ਧੱਬਾ ਹਮੇਸ਼ਾ ਰਹੇਗਾ। ਮੇਰੀ ਮੁਰਾਦ ਹੈ ਜੋ ਟੈਕਸਾਸ ਦੇ ਅੰਦਰ ਸ਼ੂਟਿੰਗ ਹੋਈ, ਉਸ ਤੋਂ ਮੌਤ ਦਾ ਤੇ ਸਾਨੂੰ ਨਹੀਂ ਪਤਾ ਵੀ ਇਹ ਬਚਪਨ ਵਿੱਚ ਆਉਣੀ ਹੈ, ਜਵਾਨੀ ਵਿੱਚ ਆਉਣੀ ਹੈ, ਬੁਢੇਪੇ ਦੀਆਂ ਠੋਕਰਾਂ ਖਾਣ ਤੋਂ ਬਾਅਦ ਵਿੱਚ ਆਉਣੀ, ਇਹ ਤੇ ਨਹੀਂ ਪਤਾ। ਲੇਕਿਨ ਇੱਕ ਆਦਮੀ ਹੀ ਆਦਮੀ ਨੂੰ ਮਾਰੇ, ਇਹ ਸੱਚਮੁੱਚ ਸ਼ਰਮਨਾਕ ਗੱਲ ਹੈ। ਜਿੰਨੇ ਵੀ 19 ਬੱਚੇ ਤੇ 2 ਟੀਚਰ ਉੱਥੇ ਇਸ ਸ਼ੂਟਿੰਗ ਦਾ ਸ਼ਿਕਾਰ ਹੋਏ, ਉਹਨਾਂ ਸਾਰਿਆਂ ਲਈ ਆਪਾਂ ਸ਼ੁੱਕਰਵਾਰ ਵੀ ਅਰਦਾਸ ਕੀਤੀ ਸੀ ਤੇ ਅੱਜ ਵੀ ਅਰਦਾਸ ਕਰਾਂਗੇ। ਵਾਹਿਗੁਰੂ ਪਰਮਾਤਮਾ ਉਹਨਾਂ ਵਿਛੜੀਆਂ ਆਤਮਾਵਾਂ ਨੂੰ ਸ਼ਾਂਤੀ ਦੇਵੇ, ਸੁੱਖ ਦੇਵੇ। ਜਿਹੜੇ ਉਹ ਪਿੱਛੇ ਪਰਿਵਾਰ ਹਨ ਉਹਨਾਂ ਨੂੰ ਪਰਮਾਤਮਾ ਆਪਣੇ ਭਾਣੇ ਵਿੱਚ ਰਾਜੀ ਰਹਿਣ ਦਾ ਬਲ ਦੇਵੇ। ਅਸੀਂ ਅਰਦਾਸ ਕਰਕੇ ਅੱਗੇ ਲੰਘ ਜਾਣਾ ਹੈ, ਪਰ ਜਿਹੜੇ ਪੇਰੈਂਟਸ ਹਨ ਉਹ ਇੰਨੀ ਛੇਤੀ ਸ਼ਾਂਤ ਹੋਣ ਵਾਲੇ ਨਹੀਂ। ਉਹਨਾਂ ਦੇ ਮਨ, ਜਿਨ੍ਹਾਂ ਦੇ ਘਰਾਂ ਦੇ ਚਿਰਾਗ
ਸਦਾ ਲਈ ਬੁਝਾ ਦਿੱਤੇ ਗਏ ਨੇ। ਸ਼ਾਇਦ ਉਹ ਇੱਕ ਜਨਮ ਨਹੀਂ, ਕਈ ਜਨਮ ਤੜਪਦੇ ਰਹਿਣਗੇ। ਮੈਂ ਇੱਕ ਛੋਟੀ ਜੀ ਕਹਾਣੀ ਪੜ੍ਹ ਰਿਹਾ ਸਾਂ। ਇੱਕ ਦਾਦਾ ਤੇ ਦਾਦੀ ਜੀ, ਉਹ ਆਪਣੀ ਛੋਟੀ ਬੱਚੀ ਜਿਹੜੀ ਉੱਥੇ ਗੋਲੀਬਾਰੀ ਦਾ ਸ਼ਿਕਾਰ ਹੋਈ, ਉਸ ਦੇ ਸੰਬੰਧ ਵਿੱਚ ਲਿਖ ਰਹੇ ਨੇ। ਉਹ ਕਹਿੰਦੇ ਨੇ ਉਹ ਛੋਟੀ ਜਿਹੀ ਸੀ, ਹੁਣ ਤੇ 10-11 ਸਾਲਾਂ ਦੀ ਸੀ। ਜਦੋਂ ਤੋਂ ਉਹ ਦਾਦੀ ਅਤੇ ਦਾਦੇ ਦੇ ਵਿਚਕਾਰ ਸੋਇਆ ਕਰਦੀ ਸੀ। ਇੱਕੋ ਬੈੱਡ ਤੇ ਇੱਕ ਪਾਸੇ ਦਾਦੀ, ਇੱਕ ਪਾਸੇ ਦਾਦਾ ਤੇ ਵਿਚਕਾਰ ਉਹ ਛੋਟੀ ਬੱਚੀ। ਉਹ ਛੋਟੀ ਉਮਰ ਤੋਂ ਕਦੇ ਇਕੱਲੀ ਨਹੀਂ ਸੁੱਤੀ। ਹੁਣ ਵੇਖਣ ਵਾਲੀ ਗੱਲ ਏ ਕਿ ਉਸ ਦਾਦਾ ਤੇ ਦਾਦੀ ਨੂੰ ਉਸ ਬੈੱਡ ਉੱਤੇ ਕਿਵੇਂ ਨੀਂਦ ਆਇਆ ਕਰੇਗੀ। ਜਦੋਂ ਇਹੋ ਜਿਹੀਆਂ ਕਹਾਣੀਆਂ ਪੜ੍ਹਦੇ ਹਾਂ ਉਹਨਾਂ ਪੇਰੈਂਟਸ ਦੀਆਂ, ਤੇ ਸੱਚਮੁੱਚ ਕਲੇਜਾ ਬਾਹਰ ਨੂੰ ਆਉਂਦਾ ਹੈ ਵੀ ਇਸ ਤਰ੍ਹਾਂ ਵੀ ਹੋ ਸਕਦਾ ਹੈ। ਇਸ ਮੁਲਕ ਦੇ ਅੰਦਰ 18 ਸਾਲ ਜਾਂ ਉਸ ਤੋਂ ਛੋਟੀ ਉਮਰ ਦੇ ਜਿਹੜੇ ਬੱਚੇ ਨੇ, ਜੇ ਉਹ ਲਾਇਸੈਂਸ ਲੈਣ ਜਾਂਦੇ ਨੇ, ਡਰਾਈਵਿੰਗ ਲਾਇਸੈਂਸ, ਤੇ ਉਹਨਾਂ ਨੂੰ ਆਖਿਆ ਜਾਂਦਾ ਹੈ ਕਿ ਅਜੇ ਤੁਹਾਡੀ ਉਮਰ ਨਹੀਂ ਹੋਈ, ਜਦੋਂ 18 ਸਾਲਾਂ ਦੇ ਹੋ ਜਾਓਗੇ ਫਿਰ ਆਇਆ ਜੀ। ਜੇ ਉਹ ਕਿਤੇ ਡਰੱਗ ਸਟੋਰ ਤੇ ਜਾਂਦੇ ਨੇ, ਉਹਨਾਂ ਨੇ ਕੋਈ ਦਵਾਈ ਦਾਰੂ ਜਾਂ ਕੋਈ ਕੁਛ ਲੈਣਾ ਹੁੰਦਾ ਤੇ ਉਹਨਾਂ ਦੀ ਉਮਰ ਪੁੱਛੀ ਜਾਂਦੀ ਏ, ਲਾਇਸੈਂਸ ਦਿਖਾਓ, ਬਰਥ ਸਰਟੀਫਿਕੇਟ ਦਿਖਾਓ। ਲੇਕਿਨ ਜੇ ਉਹੀ ਬੱਚਾ ਗਨ ਖਰੀਦਣ ਜਾਂਦਾ ਹੈ ਤੇ ਉਹਦੇ ਤੋਂ ਕੁਛ ਵੀ ਨਹੀਂ ਪੁੱਛਿਆ ਜਾਂਦਾ। ਉਹ 1 ਖਰੀਦਣਾ ਚਾਹੇ, 2 ਖਰੀਦਣਾ ਚਾਹੇ, 10 ਖਰੀਦਣਾ ਚਾਹੇ, ਜਿੰਨੀਆਂ ਮਰਜ਼ੀ ਖਰੀਦ ਲਵੇ ਤੇ ਲੈ ਜਾਏ। ਇਹ ਜਿਹੜੇ ਰਾਜਨੀਤਿਕ ਲੋਕ ਨੇ, ਇਹਨਾਂ ਦੇ ਦਿਲ ਇੰਨੇ ਪੱਥਰ ਦੇ ਕਿਉਂ ਹੁੰਦੇ ਨੇ, ਸਮਝ ਨਹੀਂ ਆਈ। ਹੋਣੇ ਤੇ ਨਹੀਂ ਚਾਹੀਦੇ, ਆਖਰ ਉਹ ਵੀ ਤੇ ਆਦਮੀ ਨੇ, ਮਨੁੱਖ ਨੇ, ਪਰ ਇਹਨਾਂ ਦੇ ਦਿਲ, ਇੱਕ ਘਟਨਾ ਵਾਪਰਦੀ ਏ, ਕਿਤੇ 17 ਕਤਲ ਹੁੰਦੇ ਨੇ, ਕਿਤੇ 19 ਕਤਲ ਹੁੰਦੇ ਨੇ, ਕਿਤੇ 21 ਕਤਲ ਹੁੰਦੇ ਨੇ। 2-4 ਦਿਨ ਇੱਥੇ ਹਲਚਲ ਹੁੰਦੀ ਮਾੜੀ ਮੋਟੀ ਜਿਹੀ, ਉਸ ਤੋਂ ਬਾਅਦ ਇਹ ਕੀ ਕਰਦੇ ਨੇ, ਕੋਈ ਨਵਾਂ ਸ਼ੋਸ਼ਾ ਛੱਡ ਕੇ ਲੋਕਾਂ ਦਾ ਧਿਆਨ ਉਸ ਪਾਸਿਓਂ ਹਟਾ ਦਿੰਦੇ ਨੇ ਤੇ ਆਪ ਫਿਰ ਉਸੇ ਹੀ ਜਗ੍ਹਾ ਤੇ ਟਿਕੇ ਰਹਿੰਦੇ ਨੇ। ਕੋਈ ਗਨ ਕੰਟਰੋਲ ਦੀ ਗੱਲ ਨਹੀਂ ਕਰਦਾ, ਕੋਈ ਇਹਦੇ ਉੱਤੇ ਕੋਈ ਨਿਯਮ ਬਣਾਏ ਜਾਣ, ਕੋਈ ਗੱਲ ਨਹੀਂ ਹੁੰਦੀ। ਕਿਉਂ ਨਹੀਂ ਹੁੰਦੀ ਪਤਾ ਨਹੀਂ। ਇਹ ਸਭ ਕੁਛ ਮਾਇਆ ਹੀ ਇਨਸਾਨ ਦਾ ਗੁਰੂ ਬਣ ਗਈ, ਮਾਇਆ ਹੀ ਇਨਸਾਨ ਦਾ ਰੱਬ ਬਣ ਗਈ। ਮਾਇਆ ਹੀ ਜੀਵਨ ਹੈ, ਮਾਇਆ ਹੀ ਸੁਪਨਾ ਹੈ, ਮਾਇਆ ਹੀ ਸਭ ਕੁਝ ਹੈ। ਬੰਦੇ ਦੀ ਜ਼ਿੰਦਗੀ ਦੇ ਨਾਲ ਕਿਵੇਂ ਖਿਲਵਾੜ ਕੀਤਾ ਜਾ ਰਿਹਾ ਹੈ ਮਾਇਆ ਵਾਸਤੇ। ਇਹ ਲੋਕ ਕਦੋਂ ਸਮਝਣਗੇ ਪਤਾ ਨਹੀਂ। ਆ ਇੱਕ ਛੋਟਾ ਜਿਹਾ ਚਾਰਟ ਹੈ ਤੁਹਾਡੇ ਸਾਹਮਣੇ, ਇਹਦੇ ਵਿੱਚ ਨੰਬਰ ਆਫ ਮੈਸ ਸ਼ੂਟਿੰਗਸ ਦਿੱਤੀ ਹੋਈ ਏ 1998 ਤੋਂ 2019 ਤੱਕ ਦੀ, ਜਿਸ ਵਿੱਚ ਸਾਡੇ ਇਸ ਅਗਾਂਹ ਵਧੂ ਮੁਲਕ ਦਾ ਨੰਬਰ ਸਭ ਤੋਂ ਟੌਪ ਤੇ ਹੈ। ਤੁਸੀਂ ਦੇਖ ਹੀ ਰਹੇ ਹੋ। ਸਾਨੂੰ ਬੜੇ ਮਾਣ ਨਾਲ ਆਖਣਾ ਚਾਹੀਦਾ ਹੈ ਕਿ ਸਾਡਾ ਮੁਲਕ ਟੌਪ ਤੇ ਹੈ। ਇਹਨਾਂ ਨੂੰ ਕਦੋਂ ਲੱਜਾ ਆਵੇਗੀ? ਇਹਨਾਂ ਲੋਕਾਂ ਨੂੰ ਨਹੀਂ ਆਉਣ ਵਾਲੀ। ਕਿਸੇ ਸਿਆਣੇ ਬੰਦੇ ਨੇ ਕਿੰਨਾ ਸੋਹਣਾ ਲਿਖਿਆ ਹੈ, ਮੋਰ ਗਨਸ ਇਨ ਦਾ US ਮੀਨ ਮੋਰ ਡੈਥਸ। ਏਡੇ ਏਡੇ ਸਟੋਰ ਭਰੇ ਨੇ, ਔਰ ਅਸੀਂ ਇਹ ਸਮਝਦੇ ਹਾਂ ਕਿ ਜਿਵੇਂ ਹੁਣ ਵੱਡੇ ਵੱਡੇ ਜਿਹੜੇ ਇੱਥੋਂ ਦੇ ਰਾਜਨੀਤਿਕ ਲੋਕ ਨੇ, ਉਹ ਕਹਿ ਰਹੇ ਨੇ ਕਿ
ਸਕੂਲਾਂ ਵਿੱਚ ਵੀ ਗੰਨਾਂ ਚਾਹੀਦੀਆਂ ਨੇ। ਭਲਿਓ, ਕੀ ਗੰਨ ਤੇ ਗੰਨ ਦੇ ਨਾਲ ਅਸੀਂ ਜ਼ਿੰਦਗੀ ਬਚਾ ਸਕਾਂਗੇ ਕਿਸੇ ਦੀ? ਜ਼ਿੰਦਗੀ ਨੂੰ ਬਚਾਉਣ ਲਈ ਗੰਨ ਸਾਨੂੰ ਬੰਦ ਕਰਨੀ ਹੋਏਗੀ, ਇਹ 'ਤੇ ਕੰਟਰੋਲ ਕਰਨਾ ਹੋਏਗਾ। ਇਹ ਜ਼ਿੰਦਗੀਆਂ ਬਹੁਮੁੱਲੀਆਂ ਨੇ, ਇਹਨਾਂ ਦੀ ਕੀਮਤ ਕਹੀ ਨਹੀਂ ਜਾ ਸਕਦੀ। ਪਤਾ ਨਹੀਂ ਉਹਨਾਂ ਬੱਚਿਆਂ ਵਿੱਚੋਂ ਕਿਸ ਨੇ ਕਿੱਥੇ ਪਹੁੰਚਣਾ ਸੀ। ਅਸੀਂ ਉਸ ਛੋਟੇ ਜਿਹੇ ਕੋਮਲ ਜਿਹੇ ਇੱਕ ਫੁੱਲ ਨੂੰ ਕਿਵੇਂ ਪੈਰਾਂ ਥੱਲੇ ਮਸਲ ਕੇ ਰੱਖ ਦਿੰਦੇ ਹਾਂ, ਉਸ ਦੀ ਜ਼ਿੰਦਗੀ ਮਿੱਟੀ 'ਚ ਮਿਲਾ ਦਿੰਦੇ ਹਾਂ। ਸਾਨੂੰ ਜੀ ਸਮਝਣਾ ਚਾਹੀਦਾ ਹੈ, ਖਾਸ ਕਰਕੇ ਇਹਨਾਂ ਰਾਜਨੀਤਿਕ ਲੋਕਾਂ ਨੂੰ। ਇਹ ਆਪਣੀਆਂ ਕੁਰਸੀਆਂ ਪਿੱਛੇ ਬਸ ਇਹ ਕਿਸੇ ਦੀ ਪਰਵਾਹ ਨਹੀਂ, ਜੋ ਹੁੰਦਾ ਹੋਵੇ, ਸਾਡੀ ਕੁਰਸੀ ਕਾਇਮ ਰਹਿਣੀ ਚਾਹੀਦੀ ਹੈ। ਆਪਾਂ ਸਾਰੇ ਅਰਦਾਸ ਕਰਾਂਗੇ, ਤੁਸੀਂ ਵੀ ਮਨ ਚਿੱਤ ਜੋੜ ਕੇ ਅਰਦਾਸ ਕਰਨਾ। ਵਾਹਿਗੁਰੂ ਉਹਨਾਂ ਸਭਨਾਂ ਦਾ ਭਲਾ ਕਰੇ, ਪਰਿਵਾਰਾਂ ਨੂੰ ਭਾਣੇ 'ਚ ਰਹਿਣ ਦਾ ਬਲ ਦੇਵੇ ਤੇ ਇਹਨਾਂ ਰਾਜਨੀਤਿਕ ਲੋਕਾਂ ਨੂੰ ਅਕਲ ਦੇਵੇ, ਇਹਨਾਂ ਨੂੰ ਮੱਤ ਦੇਵੇ, ਇਹ ਕੁਝ ਮਨੁੱਖਤਾ ਨੂੰ ਸਹੀ ਸੇਧ ਦੇ ਸਕਣ। ਆਓ ਅਗਲੇ ਵਿਚਾਰ ਸ਼ੁਰੂ ਕਰਦੇ ਹਾਂ। 23 ਤਰੀਕ ਨੂੰ ਸੋਮਵਾਰ ਸੀ। ਉਸ ਦਿਨ ਨਾਨਕਸ਼ਾਹੀ ਕੈਲੰਡਰ ਮੁਤਾਬਕ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਪ੍ਰਕਾਸ਼ ਦਿਵਸ ਸੀ। ਉਹਨਾਂ ਦਾ ਜਨਮ 5 ਮਈ 1469 ਈਸਵੀ ਨੂੰ ਪਿੰਡ ਬਾਸਰਕੇ, ਜ਼ਿਲ੍ਹਾ ਅੰਮ੍ਰਿਤਸਰ, ਪਿਤਾ ਸ਼੍ਰੀ ਤੇਜਭਾਨ ਤੇ ਮਾਤਾ ਸੁਲੱਖਣੀ ਜੀ, ਉਹਨਾਂ ਨੂੰ ਲక్ష్ਮੀ ਜੀ ਵੀ ਕਹਿ ਦਿੰਦੇ ਨੇ, ਉਹਨਾਂ ਦੇ ਗ੍ਰਹਿ ਹੋਇਆ ਸੀ। ਆਪਾਂ ਇਸ ਈਸਵੀ ਸਨ ਤੋਂ ਸਮਝ ਸਕਦੇ ਹਾਂ ਕਿ ਗੁਰੂ ਨਾਨਕ ਸਾਹਿਬ 1469 ਵਿੱਚ ਸੰਸਾਰ ਵਿੱਚ ਆਏ ਸਨ ਤੇ ਗੁਰੂ ਅਮਰਦਾਸ ਜੀ 1479 ਵਿੱਚ। ਗੁਰੂ ਨਾਨਕ ਸਾਹਿਬ ਤੋਂ 10 ਸਾਲ ਇਹਨਾਂ ਦੀ ਉਮਰ ਛੋਟੀ ਸੀ। ਇਹਨਾਂ ਨੂੰ ਗੁਰਿਆਈ ਦੀ ਜ਼ਿੰਮੇਵਾਰੀ ਮਿਲੀ 1552 ਈਸਵੀ ਵਿੱਚ। ਉਦੋਂ ਉਹਨਾਂ ਦੀ ਉਮਰ 73 ਸਾਲਾਂ ਦੀ ਸੀ। ਇਹ ਤਕਰੀਬਨ 61 ਜਾਂ 62 ਸਾਲਾਂ ਦੇ ਸਨ ਜਦੋਂ ਇੱਕ ਸੰਨਿਆਸੀ ਦੇ ਬੋਲ ਉਹਨਾਂ ਨੂੰ ਟੁੰਬ ਗਏ ਸਨ। ਉਸ ਸੰਨਿਆਸੀ ਨੇ ਆਖਿਆ ਸੀ, ਅਮਰਦਾਸ, ਮੈਂ ਤੇਰਾ ਸੰਗ ਕੀਤਾ, ਮੈਂ ਤੇਰਾ ਸਾਥ ਕੀਤਾ, ਮੈਨੂੰ ਨਹੀਂ ਸੀ ਪਤਾ ਤੂੰ ਨਿਗੁਰਾ ਏ। ਜੇ ਮੈਨੂੰ ਪਤਾ ਹੁੰਦਾ ਮੈਂ ਤੇਰੀ ਸੰਗਤ ਨਾ ਕਰਦਾ, ਮੈਂ ਤੇਰੇ ਹੱਥੋਂ ਪਾਣੀ ਦੀ ਘੁੱਟ ਲੈ ਕੇ ਨਾ ਪੀਂਦਾ। ਤੇਰਾ ਜਨਮ ਤੇ ਵਿਅਰਥ ਗਿਆ ਹੀ ਗਿਆ ਸੀ, ਤੂੰ ਮੇਰਾ ਵੀ ਜਨਮ ਭ੍ਰਿਸ਼ਟ ਕਰ ਦਿੱਤਾ ਹੈ। ਇਹ ਬੋਲ ਸਨ ਇੱਕ ਸੰਨਿਆਸੀ ਦੇ, ਜਿਹੜੇ ਬਜ਼ੁਰਗ ਬਾਬਾ ਗੁਰੂ ਅਮਰਦਾਸ ਮਹਾਰਾਜ ਜੀ ਦੇ ਕੰਨੀ ਪਏ ਸਨ ਤੇ ਉਹਨਾਂ ਨੂੰ ਰਾਤ ਭਰ ਨੀਂਦ ਨਹੀਂ ਸੀ ਆਈ। ਸੱਚੇ ਬੋਲ ਸਨ। ਅਮਰਦਾਸ ਚਾਹੁੰਦੇ ਤੇ ਉਸ ਸੰਨਿਆਸੀ ਨਾਲ ਝਗੜਾ ਕਰਦੇ, ਲੜਾਈ ਕਰਦੇ ਕਿ ਤੂੰ ਮੈਨੂੰ ਕੌਣ ਨਾ ਇਹ ਗੱਲ ਆਖਣ ਵਾਲਾ। ਪਰ ਉਹਨਾਂ ਨੇ ਉਹਨਾਂ ਦੇ ਬੋਲਾਂ ਨੂੰ ਸਹਿਣ ਕੀਤਾ। ਉਹਨਾਂ ਸੱਚੇ ਬਚਨਾਂ ਨੂੰ ਆਪਣੇ ਅੰਦਰ ਪਰਖਿਆ ਕਿ ਮੈਂ ਸੱਚਮੁੱਚ ਹੀ ਨਿਗੁਰਾ ਹਾਂ ਤੇ ਮੈਂ ਆਪਣਾ ਹੀ ਜਨਮ ਨਹੀਂ, ਸਗੋਂ ਮੈਂ ਆਪਣੇ ਨਾਲ ਸਤ ਸੰਗੀਆਂ ਦਾ ਜਨਮ ਵੀ ਭ੍ਰਿਸ਼ਟ ਕਰ ਰਿਹਾ ਹਾਂ। ਬਚਨ ਤੇ ਇਹੋ ਹੀ ਆਖੇ ਸਨ ਸੰਨਿਆਸੀ ਨੇ। ਆਪਾਂ ਕਈ ਵਾਰੀ ਸਤ ਸੰਗਤ ਵਿੱਚ ਗੱਲਾਂ ਤੇ ਆਪਾਂ ਹਮੇਸ਼ਾ ਸੱਚੀਆਂ ਹੀ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਪਰ ਜੇ ਥੋੜ੍ਹੀ ਜਿਹੀ ਗੱਲ ਇਸ ਤਰ੍ਹਾਂ ਦੀ ਹੋ ਜਾਏ ਜਿਹੜੀ ਸੱਚਾਈ ਲੋਕਾਂ ਨੂੰ ਚੁੱਭ ਜਾਂਦੀ ਹੈ, ਉਹ ਲੋਕ ਉਸ ਸੱਚਾਈ ਤੋਂ ਇੰਨੇ
ਬੁਖਲਾ ਉੱਠਦੇ ਨੇ। ਉਹ ਫਿਰ ਆਸੇ-ਪਾਸੇ ਹੱਥ ਮਾਰਦੇ ਨੇ ਤੇ ਇੱਥੋਂ ਤੱਕ ਪਹੁੰਚ ਕਰਦੇ ਨੇ ਕਿ ਇਹੋ ਜਿਹੀ ਸੱਚਾਈ ਜਾਂ ਸੱਚੀ ਗੱਲ ਦੁਬਾਰਾ ਨਾ ਕਿਤੇ ਆਖੀ ਜਾਏ, ਉਹਨੂੰ ਬੰਦ ਕਰਨਾ ਚਾਹੀਦਾ ਹੈ। ਇਹ ਪੂਰੀ ਦੁਨੀਆ ਦਾ ਰਿਵਾਜ ਹੈ ਜੀ। ਸੱਚ ਦੀ ਆਵਾਜ਼ ਨੂੰ ਬੰਦ ਕਰਨ ਲਈ ਗੁਰੂ ਨਾਨਕ ਸਾਹਿਬ ਨੂੰ ਇੱਟਾਂ ਤੇ ਪੱਥਰ ਖਾਣੇ ਪਏ, ਜੇਲ੍ਹ ਜਾਣਾ ਪਿਆ। ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਤੱਤੀਆਂ ਤਵੀਆਂ ਤੇ ਬੈਠ ਕੇ ਸ਼ਹੀਦ ਹੋਣਾ ਪਿਆ। ਇਹ ਲੋਕ ਹਮੇਸ਼ਾ ਸੱਚ ਦੀ ਆਵਾਜ਼ ਨੂੰ ਬੰਦ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਨੇ, ਲੇਕਿਨ ਜੇ ਉਸ ਸੱਚ ਦੀ ਆਵਾਜ਼ ਨੂੰ ਸੁਣ ਕੇ ਅੰਦਰ ਜਰ ਲਿਆ ਜਾਏ, ਸਹਿਣ ਕਰ ਲਿਆ ਜਾਏ, ਤੇ ਉਹ ਸੱਚ ਇੱਕ ਕਨੀਨ ਦੀ ਕੌੜੀ ਗੋਲੀ ਵਾਂਗੂ ਸਾਡੇ ਅੰਦਰੋਂ ਬੁਖਾਰ ਕੱਢ ਕੇ ਬਾਹਰ ਸੁੱਟ ਸਕਦਾ ਹੈ। ਪਰ ਅਸੀਂ ਉਸ ਨੂੰ ਸੁਣਨ ਦੇ ਆਦੀ ਨਹੀਂ ਹਾਂ। ਅਸੀਂ ਝੂਠ ਸੁਣਨਾ ਚਾਹੁੰਦੇ ਹਾਂ, ਅਸੀਂ ਆਪਣੀ ਖੁਸ਼ਾਮਦ ਦੇ ਬਚਨ ਸੁਣਨਾ ਚਾਹੁੰਦੇ ਹਾਂ, ਅਸੀਂ ਉਹ ਸੁਣਨਾ ਚਾਹੁੰਦੇ ਹਾਂ ਜਿਨ੍ਹਾਂ ਨਾਲ ਸਾਨੂੰ ਖੁਸ਼ੀ ਮਿਲੇ। ਸੱਚਾਈ ਤੋਂ ਅਸੀਂ ਕਿਉਂ ਭੱਜਦੇ ਹਾਂ, ਇਹ ਗੱਲ ਸਮਝ ਵਿੱਚ ਨਹੀਂ ਆਈ। ਪਰ ਧੰਨ ਬਜ਼ੁਰਗ ਗੁਰੂ ਅਮਰਦਾਸ ਮਹਾਰਾਜ ਜਿਨ੍ਹਾਂ ਨੇ ਸੱਚ ਸੁਣਿਆ, ਸਾਰੀ ਰਾਤ ਨਹੀਂ ਸੌਂ ਸਕੇ। ਅੰਮ੍ਰਿਤ ਵੇਲਾ ਹੋਇਆ ਸੀ ਤੇ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਬੇਟੀ, ਜੋ ਗੁਰੂ ਅਮਰਦਾਸ ਮਹਾਰਾਜ ਦੇ ਭਤੀਜੇ ਨਾਲ ਵਿਆਹੀ ਹੋਈ ਸੀ, ਉਹ ਦੁੱਧ ਰਿੜਕਦੀ ਸੀ ਸਵੇਰੇ ਉੱਠ ਕੇ। ਉਹ ਸ਼ਬਦ ਗਾ ਰਹੀ ਸੀ, ਆਸਾ ਦੀ ਵਾਰ ਦੀਆਂ ਕੁਝ ਪੌੜੀਆਂ, ਕੁਝ ਮਾਰੂ ਰਾਗ ਦੇ ਸ਼ਬਦ। ਅਮਰਦਾਸ ਸੁਣ ਕੇ ਉਹ ਬੱਚੀ ਦੇ ਕੋਲ ਚਲੇ ਗਏ। ਬੇਟਾ, ਇਹ ਕੀ ਪੜ੍ਹਦੀ ਹੈ? ਉਹਨੇ ਦੱਸਿਆ ਸੀ, ਇਹ ਪਿਤਾ ਗੁਰਦੇਵ ਅਤੇ ਗੁਰੂ ਨਾਨਕ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਹੈ। ਬਾਬਾ ਬਜ਼ੁਰਗ ਅਮਰਦਾਸ ਨੇ ਆਖਿਆ, ਬੇਟਾ, ਜਿਸ ਗੁਰੂ ਦੀ ਇਹ ਬਾਣੀ ਹੈ, ਉਸ ਗੁਰੂ ਦੇ ਕੋਲ ਮੈਨੂੰ ਲੈ ਕੇ ਚੱਲ। ਬੇਟੀ ਦੇ ਨਾਲ ਗੁਰੂ ਅਮਰਦਾਸ ਮਹਾਰਾਜ ਗੁਰੂ ਅੰਗਦ ਦੇਵ ਜੀ ਦੀ ਸ਼ਰਨ ਵਿੱਚ ਆਏ ਤੇ 11-12 ਸਾਲ ਇਸ ਬਜ਼ੁਰਗ ਅਵਸਥਾ ਵਿੱਚ ਸੇਵਾ ਕੀਤੀ। ਰਾਤ ਦਿਨ ਸਿਮਰਨ ਤੇ ਸੇਵਾ ਵਿੱਚ ਇਹਨਾਂ ਨੇ ਇੱਕ ਕਰ ਦਿੱਤਾ। ਇੰਨੀ ਸਖਤ ਘਾਲਣਾ, ਇੰਨੀ ਮਿਹਨਤ, ਇੰਨਾ ਵਾਹਿਗੁਰੂ ਜੀ ਦੇ ਭਾਣੇ ਵਿੱਚ ਰਹਿਣਾ, ਇੰਨੇ ਲੋਕਾਂ ਦੇ ਬੋਲ ਕਬੋਲ ਸਹਿਣੇ। ਕਿਸੇ ਨੇ ਕਿਸੇ ਨਾਂ ਨਾਲ ਪੁਕਾਰਿਆ, ਕਿਸੇ ਨੇ ਆਖਿਆ ਘਰਦਿਆਂ ਬੱਚਿਆਂ ਨੇ ਘਰੋਂ ਕੱਢ ਦਿੱਤਾ ਹੈ ਤੇ ਕੁੜਮਾਂ ਦੇ ਬੂਹੇ ਤੇ ਰੋਟੀ ਪਿਆ ਖਾਂਦਾ ਹੈ। ਕੀ ਨਾਂ ਸੁਣਿਆ ਉਸ ਬਜ਼ੁਰਗ ਨੇ, ਪਰ ਸਭ ਨੂੰ ਸਹਿਣ ਕੀਤਾ। ਕਿਸੇ ਨੂੰ ਅੱਗੋਂ ਕਦੀ ਵੀ ਜਵਾਬ ਨਾ ਦਿੱਤਾ ਕਿ ਮੈਨੂੰ ਇਹ ਕਿਉਂ ਕਹਿ ਰਹੇ ਹੋ ਤੁਸੀਂ। ਪੀ ਜਾਂਦੇ ਪਾਣੀ ਦੀ ਤਰ੍ਹਾਂ ਹਰ ਬਚਨ ਲੋਕਾਂ ਦਾ। ਆਖਰ ਉਹਨਾਂ ਦੀ ਇਹ ਮਿਹਨਤ, ਮਸ਼ੱਕਤ, ਸਹਿਨਸ਼ੀਲਤਾ, ਦਇਆ, ਨਿਮਰਤਾ ਰੰਗ ਲਿਆਈ। 1552 ਈਸਵੀ ਵਿੱਚ 73 ਸਾਲ ਦੀ ਉਮਰੇ ਉਹਨਾਂ ਨੂੰ ਗੁਰੂ ਪਦਵੀ ਤੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਸੁਸ਼ੋਭਿਤ ਕਰ ਦਿੱਤਾ। ਫਿਰ ਉਹਨਾਂ ਨੇ 1574 ਤੱਕ ਤਕਰੀਬਨ 22 ਸਾਲ ਗੁਰਿਆਈ ਦੀ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਇਆ। 95 ਸਾਲਾਂ ਦੀ ਉਮਰ ਸੀ ਜਦੋਂ ਉਹ ਜੋਤੀ ਜੋਤ ਸਮਾਏ। ਗੁਰੂ ਰਾਮਦਾਸ ਮਹਾਰਾਜ ਜੀ ਨੂੰ ਗੁਰੂ ਘਰ ਦੀ ਜ਼ਿੰਮੇਵਾਰੀ ਸੌਂਪ ਕੇ। ਉਹਨਾਂ ਦੇ 2 ਬਚਨ ਮੈਂ ਤੁਹਾਡੇ ਨਾਲ ਸਾਂਝੇ ਕਰਨੇ ਨੇ, ਗੁਰੂ ਅਮਰਦਾਸ ਮਹਾਰਾਜ ਜੀ ਦੇ। ਆਪਾਂ ਸਾਰੇ ਵਿੱਚੇ ਹੀ, ਮੈਂ ਵੀ ਕਈ ਵਾਰੀ ਸੋਚਦਾ ਹਾਂ ਕਿ ਉਮਰ ਵੱਡੀ ਹੋ ਗਈ ਏ, ਹੁਣ ਉਹ ਕੰਮ ਨਹੀਂ ਕੀਤੇ ਜਾਣੇ ਜਿਹੜੇ ਮੈਂ ਸੋਚੇ ਸਨ। ਪਰ ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਦੀ ਉਮਰ ਵੱਲ ਝਾਤੀ ਮਾਰਦੇ ਹਾਂ ਤੇ ਇਉਂ ਲੱਗਦਾ ਹੈ ਕਿ ਮੇਰੀ ਸੋਚ ਗਲਤ ਹੈ। ਕਿਸੇ ਸਮੇਂ ਕੋਈ ਵੀ ਮਨੁੱਖ ਕੁਝ ਵੀ ਕਰ ਸਕਦਾ ਹੈ। ਗੁਰੂ ਅਮਰਦਾਸ ਮਹਾਰਾਜ ਜੀ ਨੇ ਆਖਿਆ, ਗੁਰਮੁਖ ਬੁੱਢੇ ਕਦੇ ਨਾਹੀਂ।
ਜਿਹੜੇ ਰੱਬ ਦੇ ਪਿਆਰੇ ਹੁੰਦੇ ਨੇ, ਜਿਹੜੇ ਗੁਰੂ ਵੱਲ ਆਪਣਾ ਮੁੱਖ ਕਰਕੇ ਤੁਰਦੇ ਨੇ, ਉਹ ਕਦੇ ਬੁੱਢੇ ਨਹੀਂ ਹੁੰਦੇ। ਸਰੀਰ ਕਰਕੇ ਤਾਂ ਹੋ ਜਾਂਦੇ ਨੇ, ਪਰ ਮਨ ਕਰਕੇ ਉਹ ਬਲਵਾਨ ਰਹਿੰਦੇ ਨੇ। ਤੇ ਅੱਜ ਤੇ ਵਿਗਿਆਨ ਇਹ ਗੱਲ ਸਾਨੂੰ ਦੱਸਦਾ ਹੈ ਕਿ ਬੰਦਾ ਜਵਾਨ ਵੀ ਮਨ ਕਰਕੇ ਹੀ ਹੁੰਦਾ ਹੈ ਤੇ ਬੰਦਾ ਬੁੱਢਾ ਵੀ ਮਨ ਕਰਕੇ ਹੀ ਹੁੰਦਾ ਹੈ। ਸਰੀਰ ਕਰਕੇ ਨਾ ਇਹ ਕਦੀ ਜਵਾਨ ਹੋਇਆ ਸੀ ਤੇ ਨਾ ਇਹਨੇ ਕਦੀ ਬੁੱਢਿਆਂ ਹੋਣਾ। ਇਹ ਸਾਰੀ ਸਾਡੇ ਮਨ ਦੀ ਅਵਸਥਾ ਹੈ, ਹੋਰ ਕੁਝ ਵੀ ਨਹੀਂ। ਸੋ ਆਪਾਂ ਤਕੜੇ ਹੋਈਏ, ਮੈਂ ਵੀ ਤੁਸੀਂ ਵੀ। ਤੇ ਤਕੜੇ ਲੜਨ ਵਾਸਤੇ ਨਹੀਂ ਹੋਣਾ ਕਿਸੇ ਨਾਲ, ਤਕੜੇ ਇਸ ਲਈ ਹੋਣਾ ਹੈ ਕਿ ਆਪਣੇ ਜੀਵਨ ਦਾ ਇੱਕ ਮਕਸਦ ਹੈ। ਤੇ ਉਹ ਮਕਸਦ ਹੈ, ਜਿਵੇਂ ਨਦੀ ਦਾ ਮਕਸਦ ਹੈ ਵਗਦੀ ਜਾਏ ਓਨਾ ਚਿਰ ਜਿੰਨਾ ਚਿਰ ਉਹ ਸਾਗਰ ਵਿੱਚ ਜਾ ਕੇ ਸਮਾ ਨਹੀਂ ਜਾਂਦੀ। ਸਾਡੇ ਜੀਵਨ ਦਾ ਮਕਸਦ ਹੈ ਓਨਾ ਚਿਰ ਵਾਹ ਦਾਈ ਦੌੜੇ ਜਾਣਾ ਜਿੰਨਾ ਚਿਰ ਸ਼ੌ ਸਾਗਰ ਰੂਪ ਪਤੀ ਪਰਮਾਤਮਾ ਵਿੱਚ ਨਹੀਂ ਲੀਨ ਹੋ ਜਾਂਦੇ। ਇਹੀ ਸਾਡੇ ਜੀਵਨ ਦਾ ਮਨੋਰਥ ਹੈ, ਹੋਰ ਕੁਝ ਵੀ ਨਹੀਂ। ਜੀ ਸਦਕੇ ਕਰੋ ਦੁਨਿਆਵੀ ਕੰਮ, ਖਰੀਦੋ ਮਹਿਲ ਮਾੜੀਆਂ, ਵੱਡੀਆਂ ਵੱਡੀਆਂ ਗੱਡੀਆਂ ਮੋਟਰਾਂ। ਕੋਈ ਨਾ ਗੁਰਮਤ ਰੋਕਦੀ ਹੈ, ਨਾ ਕੋਈ ਆਦਮੀ ਰੋਕਦਾ। ਕਰੋ ਜੋ ਕਰਨਾ ਹੈ, ਪਰ ਆਪਣੇ ਮਨੋਰਥ ਨੂੰ ਭੁੱਲ ਕੇ ਨਹੀਂ, ਆਪਣੇ ਮਕਸਦ ਨੂੰ ਲਾਂਭੇ ਰੱਖ ਕੇ ਨਹੀਂ। ਆਪਣੇ ਮਕਸਦ ਨੂੰ ਪੂਰਿਆਂ ਕਰਨਾ ਹੈ। ਤੇ ਮਤ ਸੋਚਿਆ ਜੇ ਅਸੀਂ ਬਜ਼ੁਰਗ ਹੋ ਗਏ ਹਾਂ, ਬੁੱਢੇ ਹੋ ਗਏ ਹਾਂ, ਹੁਣ ਕੁਝ ਨਹੀਂ ਹੋਣਾ। ਇਹ ਮੈਂ ਆਪਣੇ ਕੋਲੋਂ ਗੱਲ ਨਹੀਂ ਆਖੀ, ਇਹ ਗੁਰੂ ਅਮਰਦਾਸ ਮਹਾਰਾਜ ਜੀ ਆਖਦੇ ਨੇ, ਗੁਰਮੁਖ ਬੁੱਢੇ ਕਦੇ ਨਾ ਹੀ। ਲੇਕਿਨ ਇੱਕ ਸ਼ਰਤ ਨਾਲ ਲਗਾਈਏ ਕਿ ਗੁਰਮੁਖ ਜਿਹੜੇ ਨੇ ਉਹ ਬੁੱਢੇ ਕਿਉਂ ਨਹੀਂ ਹੁੰਦੇ? ਜਿਨ੍ਹਾਂ ਅੰਤਰ ਸੁਰਤ ਗਿਆਨ। ਜੇ ਅੰਦਰ ਇਹ ਦੋ ਚੀਜ਼ਾਂ ਹੋਣ, ਇੱਕ ਸੁਰਤ ਤੇ ਇੱਕ ਗਿਆਨ। ਸੁਰਤ ਦਾ ਮਤਲਬ ਹੁੰਦਾ ਹੈ ਆਪਣੇ ਧਿਆਨ ਦਾ ਕਿਸੇ ਉੱਚੇ ਆਦਰਸ਼ ਵੱਲੇ ਹਮੇਸ਼ਾ ਟਿਕੇ ਰਹਿਣਾ, ਉਸ ਨੂੰ ਸੁਰਤ ਆਖਦੇ ਨੇ। ਤੇ ਗਿਆਨ ਆਪਾਂ ਸਾਰੇ ਹੀ ਸਮਝਦੇ ਹਾਂ, ਗਿਆਨ ਸਾਡੇ ਕੋਲ ਹੋਵੇ ਗੁਰੂ ਦਾ। ਜੇ ਗੁਰੂ ਦਾ ਗਿਆਨ ਪੱਲੇ ਹੋਵੇ ਤੇ ਉਸ ਗਿਆਨ ਨੂੰ ਪਾ ਕੇ ਫਿਰ ਅਸੀਂ ਸੁਰਤ ਦੁਆਰਾ ਪਰਮਾਤਮਾ ਨਾਲ ਜੁੜਨ ਦੀ ਕੋਸ਼ਿਸ਼ ਕਰੀਏ ਤੇ ਫਿਰ ਸਾਡੇ ਤੇ ਇਹ ਜਿਹੜਾ ਬੁਢੇਪਾ ਆਇਆ, ਇਹ ਕਦੀ ਰਸਤੇ ਦਾ ਰੋੜਾ ਨਹੀਂ ਬਣ ਸਕੇਗਾ। ਇਹ ਸਾਨੂੰ ਕਦੀ ਨਹੀਂ ਰੋਕ ਪਾਏਗਾ, ਕਦੀ ਅਸੀਂ ਆਪਣੀ ਮੰਜ਼ਿਲ ਤੇ ਪਹੁੰਚਣਾ ਕਦੀ ਵਿੱਚ ਰੁਕਾਵਟ ਨਹੀਂ ਖੜੀ ਕਰ ਸਕੇਗਾ, ਜੇ ਆਹ ਦੋ ਚੀਜ਼ਾਂ ਸਾਡੇ ਕੋਲ ਹੋਈਆਂ, ਸੁਰਤ ਅਤੇ ਗਿਆਨ। ਸੁਰਤ ਉਸ ਚੀਜ਼ ਨੂੰ ਆਖਦੇ ਨੇ, ਜਿਵੇਂ ਤੁਸੀਂ ਹੁਣ ਸਾਰੇ ਬੈਠੇ ਹੋ ਤੇ ਆਪਣੀ ਸੁਰਤ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਵੱਲ ਜਾਓ ਅੱਖਾਂ ਬੰਦ ਕਰਕੇ। ਉਹ ਜਿਹੜਾ ਤੁਹਾਡਾ ਧਿਆਨ ਗੁਰੂ ਗ੍ਰੰਥ ਸਾਹਿਬ ਵੱਲ ਗਿਆ ਹੈ ਨਾ, ਉਸ ਨੂੰ ਸੁਰਤ ਆਖਦੇ ਨੇ। ਇਸ ਸੁਰਤ ਨੂੰ ਸ਼ਬਦ ਨਾਲ ਜੋੜਨਾ ਹੈ। ਤੇ ਸ਼ਬਦ ਹੁੰਦਾ ਇੱਕ ਆਵਾਜ਼। ਜਿਹੜੇ ਲਿਖੇ ਹੁੰਦੇ ਨੇ ਇਹ ਸ਼ਬਦ ਨਹੀਂ ਹੁੰਦੇ, ਇਹ ਅੱਖਰ ਹੁੰਦੇ ਨੇ। ਇਹ ਸ਼ਬਦ ਅੱਖਰਾਂ ਵਿੱਚ ਲਿਖਿਆ ਗਿਆ ਹੈ, ਅਸਲ ਵਿੱਚ ਇਹ ਸ਼ਬਦ ਨਹੀਂ ਹੈ। ਇਹ ਉਸ ਸ਼ਬਦ ਦੇ ਬਾਰੇ ਅੱਖਰਾਂ ਦੁਆਰਾ ਲਿਖ ਕੇ ਸਾਨੂੰ ਸਮਝਾਇਆ ਗਿਆ ਹੈ। ਤੇ ਉਹ ਸ਼ਬਦ ਹੁੰਦਾ ਹੈ ਆਵਾਜ਼। ਆਵਾਜ਼ ਹੁੰਦੀ ਹੈ ਕੰਨਾਂ ਦਾ ਵਿਸ਼ਾ। ਉਸ ਆਵਾਜ਼ ਵੱਲ, ਜਿਹੜੀ ਆਵਾਜ਼ ਪ੍ਰਭੂ ਜੀ ਦੇ ਮੁਖ ਤੋਂ ਨਿਕਲੀ ਤੇ ਸਾਡੇ ਸਭਨਾਂ ਤੱਕ ਪਹੁੰਚ ਰਹੀ ਏ, ਜਿਸ ਨੂੰ ਗੁਰਬਾਣੀ ਵਿੱਚ ਅਨਹਦ ਆਖਦੇ ਨੇ, ਉਹਦੇ ਨਾਲ ਆਪਣੀ ਸੁਰਤ ਨੂੰ ਜੋੜਨਾ ਹੈ। ਤੇ ਸੁਰਤ ਨੂੰ ਜੋੜਨਾ ਹੈ ਗੁਰੂ ਦੇ ਗਿਆਨ ਦੁਆਰਾ। ਗੁਰੂ ਦੇ ਗਿਆਨ ਦੁਆਰਾ ਜਦੋਂ ਸੁਰਤ ਜਾਗੇਗੀ, ਸੁਰਤ ਸ਼ਬਦ ਨਾਲ ਜੁੜੇਗੀ ਤੇ ਫਿਰ ਅਸੀਂ ਗੁਰਮੁਖ ਹੋ ਜਾਵਾਂਗੇ। ਜਦੋਂ ਗੁਰਮੁਖ ਹੋ ਜਾਵਾਂਗੇ ਫਿਰ ਕਦੇ ਬੁੱਢੇ ਨਹੀਂ ਹੋਵਾਂਗੇ। ਫਿਰ ਸਾਡਾ ਮਨੋਬਲ ਕਦੇ ਨਹੀਂ ਡਿੱਗੇਗਾ। ਮਨ ਕਰਕੇ ਹਮੇਸ਼ਾ ਅਸੀਂ ਫਿਰ ਚੜ੍ਹਦੀ ਕਲਾ ਵਿੱਚ ਰਹਾਂਗੇ। ਇੱਕ ਬਚਨ ਹੈ ਗੁਰੂ ਅਮਰਦਾਸ ਜੀ ਦਾ। ਦੂਜਾ ਬਚਨ ਹੈ ਗੁਰੂ ਅਮਰਦਾਸ ਮਹਾਰਾਜ ਜੀ ਦਾ। ਉਹ ਕਹਿੰਦੇ ਨੇ ਮਨਮੁਖ ਬਾਲਕ ਬਿਰਧ ਸਮਾਨ ਹੈ।
ਮਨਮੁਖ ਬਾਲਕ ਬਿਰਧ ਸਮਾਨ ਹੈ। ਗੁਰਮੁਖ ਬੁੱਢੇ ਕਦੇ ਨਾਹੀਂ, ਮਨਮੁਖ ਬਾਲਕ ਬਿਰਧ ਸਮਾਨ ਹੈ। ਸਮਝਣ ਦੀ ਕੋਸ਼ਿਸ਼ ਕਰਨਾ, ਭਾਵੇਂ ਕੋਈ ਕਿੰਨੀ ਜਵਾਨੀ ਉਮਰ ਵਿੱਚ ਹੋਵੇ, 21 ਸਾਲਾਂ ਦਾ ਕਿਉਂ ਨਾ ਹੋਵੇ, ਜੇ ਉਹਦੇ ਅੰਦਰ ਸੁਰਤ ਨਹੀਂ, ਜੇ ਉਹਦੇ ਅੰਦਰ ਗੁਰੂ ਦਾ ਗਿਆਨ ਨਹੀਂ, ਤੇ ਉਹ ਜਵਾਨੀ ਉਮਰ ਵਿੱਚ ਵੀ ਬੁੱਢਾ ਹੀ ਹੈ। ਉਹ ਕੁਝ ਨਹੀਂ ਕਰ ਪਾਏਗਾ, ਭਾਵੇਂ ਜ਼ਿੰਦਗੀ ਵਿੱਚ ਜਿੰਨੀਆਂ ਮਰਜ਼ੀ ਮੱਲਾਂ ਮਾਰ ਲਵੇ ਦੁਨਿਆਵੀ ਤੌਰ ਤੇ, ਪਰ ਆਪਣਾ ਜੀਵਨ ਤੇ ਬਰਬਾਦ ਕਰਕੇ ਜਾ ਰਿਹਾ ਹੋਏਗਾ। ਉਹ ਉਸ ਨੂੰ ਜਵਾਨ ਕਿਵੇਂ ਮੰਨੇਗਾ? ਗੁਰੂ ਅਮਰਦਾਸ ਮਹਾਰਾਜ, ਗੁਰੂ ਜੀ ਆਖਦੇ ਨੇ, ਮਨਮੁਖ ਬਾਲਕ, ਜਿਹੜਾ ਉਹ ਬਾਲਕ, ਉਹ ਜਵਾਨ ਮਨੁੱਖ ਜਿਨ੍ਹੇ ਆਪਣੇ ਮਨ ਵੱਲੇ ਮੁਖ ਕੀਤਾ ਹੋਇਆ, ਜਿਨ੍ਹੇ ਗੁਰੂ ਦੀ ਮੱਤ ਨੂੰ ਤਲਾਂਜਲੀ ਦਿੱਤੀ ਹੋਈ ਏ, ਉਹ ਮਨਮੁਖ ਬੱਚਾ ਏ। ਤੇ ਉਹ ਜਵਾਨੀ ਉਮਰ 'ਚ ਹੀ ਬੁੱਢਿਆਂ ਵਰਗਾ ਹੈ, ਬਿਰਧ ਸਮਾਨ ਹੈ। ਕੌਣ? ਜਿਨ੍ਹਾਂ ਅੰਤਰ ਹਰ ਸੁਰਤ ਨਾਹੀਂ, ਜਿਨ੍ਹਾਂ ਲੋਕਾਂ ਵਿੱਚ ਵਾਹਿਗੁਰੂ ਜੀ ਦੇ ਨਾਲ ਜੁੜਨ ਵਾਲੀ ਸੁਰਤ ਨਹੀਂ ਹੈ। ਆਪਾਂ ਸਾਰੇ ਇੱਥੇ ਬੈਠੇ ਹਾਂ ਸਤ ਸੰਗਤ ਵਿੱਚ, ਹੁਣ ਤੇ ਮੈਨੂੰ ਲੱਗਦਾ ਤੁਹਾਡੀ ਸੁਰਤ ਜੁੜੀ ਹੋਈ ਏ, ਪਰ ਕਈ ਵਾਰੀ ਨਾ ਸਾਡੀ ਸੁਰਤ ਇੱਥੇ ਬੈਠਿਆਂ ਬੈਠਿਆਂ ਇਸ ਹਾਲ ਤੋਂ ਬਾਹਰ ਨਿਕਲ ਜਾਂਦੀ ਏ, ਆਪਣੇ ਕੰਮਾਂ ਵੱਲ, ਘਰ ਵੱਲ, ਬੱਚਿਆਂ ਵੱਲ, ਹੋਰ ਇੱਧਰ ਉੱਧਰ। ਜਿਨ੍ਹਾਂ ਅੰਤਰ ਹਰ ਸੁਰਤ ਨਾਹੀਂ, ਜਿਨ੍ਹਾਂ ਦੇ ਅੰਦਰ ਵਾਹਿਗੁਰੂ ਜੀ ਦੇ ਨਾਲ ਜੁੜੀ ਹੋਈ ਸੁਰਤ ਨਹੀਂ, ਜਿਨ੍ਹਾਂ ਦੀ ਸੁਰਤ ਟੁੱਟੀ ਹੋਈ ਏ ਤੇ ਦੁਨਿਆਵੀ ਧੰਦਿਆਂ ਵਿੱਚ ਤੇ ਮਾਇਆ ਦੇ ਝਮੇਲੇ ਵਿੱਚ ਉਲਝੀ ਹੋਈ ਏ, ਉਹ ਜਵਾਨ ਹੁੰਦੇ ਹੋਏ ਵੀ ਬਿਰਧ ਬੁੱਢਿਆਂ ਦੇ ਵਰਗੇ ਹੁੰਦੇ ਨੇ। ਉਹਨਾਂ ਦਾ ਮਨੋਬਲ ਡਿੱਗਾ ਹੋਇਆ ਹੁੰਦਾ ਹੈ। ਸੋ ਆਪਾਂ ਜੀ ਯਤਨ ਕਰਨਾ ਹੈ ਕਿ ਆਪਣੀ ਸੁਰਤ ਨੂੰ ਸ਼ਬਦ ਨਾਲ ਜੋੜੀਏ। ਜਿਵੇਂ ਕਿਵੇਂ ਹੋਵੇ, ਥੋੜ੍ਹਾ ਬਹੁਤਾ ਸਮਾਂ ਜ਼ਰੂਰ ਕੱਢਿਆ ਕਰੋ, ਸਵੇਰੇ, ਦੁਪਹਿਰੇ, ਸ਼ਾਮ, ਰਾਤ, ਅੱਧੀ ਰਾਤ, ਜਦੋਂ ਵੀ ਸਮਾਂ ਮਿਲੇ, ਇਕਾਂਤ 'ਚ ਬੈਠਿਆ ਕਰੋ ਤੇ ਉਹ ਸ਼ਬਦ ਨੂੰ ਸੁਣਨ ਦੀ ਕੋਸ਼ਿਸ਼ ਕਰੋ। ਉਹ ਸ਼ਬਦ ਆ ਰਿਹਾ, ਸਾਡੇ ਸਭਨਾਂ ਤੱਕ ਮਾਲਕ ਪਹੁੰਚਾ ਰਿਹਾ ਉਸ ਸ਼ਬਦ ਨੂੰ। ਉਸ ਨੂੰ ਸੁਣਨ ਦੀ ਕੋਸ਼ਿਸ਼ ਕਰੀਏ। ਜਦੋਂ ਉਸ ਸ਼ਬਦ ਨਾਲ ਸਾਡੀ ਸੁਰਤ ਜੁੜੇਗੀ ਤੇ ਸਾਡੇ ਅੰਦਰ ਗੁਰੂ ਦਾ ਗਿਆਨ ਵਸੇਗਾ, ਤੇ ਫਿਰ ਅਸੀਂ ਆਪਣੇ ਜੀਵਨ ਨੂੰ ਸਫਲ ਬਣਾ ਸਕਾਂਗੇ। ਸੋ ਆਪਾਂ ਐਤਵਾਰ ਵਾਲੇ ਦਿਨ ਕੁਛ ਜਿਹੜੇ ਗੁਰਬਾਣੀ ਦੇ ਸਿਰਲੇਖ ਨੇ ਉਹਨਾਂ ਉੱਤੇ ਵੀ ਵਿਚਾਰ ਸਾਂਝੀ ਕਰਦੇ ਆ ਰਹੇ ਹਾਂ। ਅੱਜ ਅਸੀਂ ਇਹ ਜਿਹੜਾ ਸਿਰਲੇਖ, ਇਸ ਨੂੰ ਸਮਝਦੇ ਹਾਂ ਸ਼ਲੋਕ ਸਹਿਸ ਕ੍ਰਿਤੀ। ਇਹਨੂੰ ਇਸ ਤਰ੍ਹਾਂ ਪੜ੍ਹਨਾ, ਕਿਰਤੀ ਨਹੀਂ ਪੜ੍ਹਨਾ ਹੁੰਦਾ। ਸਹਿਸ ਕ੍ਰਿਤੀ, ਇਹ ਸ਼ਲੋਕ ਨੇ ਪਹਿਲੇ ਪਾਤਸ਼ਾਹ ਤੇ ਪੰਜਵੇਂ ਪਾਤਸ਼ਾਹ ਜੀ ਦੇ। ਇਹ ਪੰਨਾ ਨੰਬਰ 1353 ਤੋਂ ਸ਼ੁਰੂ ਹੁੰਦੇ ਨੇ। ਇੱਕ ਬੋਲੀ ਸੀ, ਅੱਜ ਵੀ ਹੈ ਵੈਸੇ, ਪਰ ਉਹ ਬੋਲੀ ਨਹੀਂ ਜਾਂਦੀ। ਉਹ ਕਿਤਾਬਾਂ ਵਿੱਚ ਹੀ ਕਿਤੇ ਲਿਖੀ ਹੋਣੀ ਹੈ, ਜਿਸ ਨੂੰ ਸੰਸਕ੍ਰਿਤ ਆਖਦੇ ਨੇ। ਉਹ ਬਹੁਤ ਵਿਦਵਾਨ ਪੰਡਿਤਾਂ ਦੀ ਭਾਸ਼ਾ ਸੀ। ਸੰਸਕ੍ਰਿਤ ਅਤੇ ਹਿੰਦੀ, ਇਹਨਾਂ ਦੇ ਦੋਵਾਂ ਦੇ ਆਪਸ ਵਿੱਚ ਮਿਲਾਪ ਤੋਂ ਇੱਕ ਤੀਜੀ ਭਾਸ਼ਾ ਨਿਕਲੀ, ਜਿਸ ਨੂੰ ਪ੍ਰਾਕ੍ਰਿਤ ਆਖਦੇ ਸਨ। ਪ੍ਰਾਕ੍ਰਿਤ ਧਾਰਨ ਵਾਲੀ ਭਾਸ਼ਾ ਜਿਹੜੀ ਹੈ, ਜਿਸ ਨੇ ਪ੍ਰਾਕ੍ਰਿਤ ਨੂੰ ਧਾਰਨ ਕਰ ਲਿਆ, ਉਸ ਨੂੰ ਸਹਿਸਕ੍ਰਿਤੀ ਆਖਦੇ ਨੇ। ਤੇ ਸਹਿਸਕ੍ਰਿਤੀ ਦਾ ਇੱਕ ਅਰਥ ਹੋਰ ਹੁੰਦਾ ਹੈ। ਕ੍ਰਿਤ ਮੈਨੇ ਹੁੰਦਾ ਹੈ ਜੋ ਅਸੀਂ ਕਰਦੇ ਹਾਂ, ਕਰਮ ਅਸੀਂ ਬੋਲਦੇ ਹਾਂ, ਇਹ ਵੀ ਇੱਕ ਕ੍ਰਿਤ ਹੈ। ਹੁਣ ਮੈਂ ਬੋਲ ਰਿਹਾ, ਮੈਂ ਕ੍ਰਿਤ ਕਰ ਰਿਹਾ, ਤੁਸੀਂ ਸੁਣ ਰਹੇ ਹੋ, ਤੁਸੀਂ ਵੀ ਇੱਕ ਸੁਣਨ ਦੀ ਕ੍ਰਿਤ ਕਰ ਰਹੇ ਹੋ। ਸਹਿਸ ਦਾ ਮਤਲਬ ਹੁੰਦਾ ਹੈ ਹਜ਼ਾਰਾਂ। ਸਹਿਸਕ੍ਰਿਤੀ, ਹਜ਼ਾਰਾਂ ਦੀ ਕ੍ਰਿਤ। ਯਾਨੀ ਜਿਹੜੇ ਸਾਧੂ ਲੋਕ ਸਨ, ਉਹ ਦੁਨੀਆ ਵਿੱਚ ਘੁੰਮਦੇ ਰਹਿੰਦੇ, ਇੱਕ ਥਾਂ ਤੇ ਕਦੀ ਉਹ ਟੇਕੇ ਨਾ ਬੈਠਦੇ, ਕਦੀ ਉਹ ਪੰਜਾਬ ਹੁੰਦੇ ਤੇ ਕਦੀ ਉਹ ਸ਼੍ਰੀਲੰਕਾ ਹੁੰਦੇ। ਤੇ ਉਹ ਜਿੱਥੇ ਜਿੱਥੇ ਜਾਂਦੇ, ਉਹ ਦੂਜਿਆਂ ਦੀ ਭਾਸ਼ਾ ਉਹਨਾਂ ਦੀ ਭਾਸ਼ਾ ਵਿੱਚ ਮਿਲਦੀ ਜਾਂਦੀ,
ਤੇ ਉਹਨਾਂ ਦੀ ਬੋਲੀ ਦਾ, ਉਹਨਾਂ ਦੀ ਭਾਸ਼ਾ ਦਾ ਇੱਕ ਵੱਖਰਾ ਜਿਹਾ ਰੂਪ ਹੋ ਜਾਂਦਾ। ਨਾ ਉਹ ਪੰਜਾਬੀ ਰਹਿੰਦੀ, ਨਾ ਹਿੰਦੀ ਰਹਿੰਦੀ, ਨਾ ਉਹ ਸੰਸਕ੍ਰਿਤ ਰਹਿੰਦੀ, ਨਾ ਉਹ ਪਾਲੀ ਰਹਿੰਦੀ, ਨਾ ਕੋਈ ਹੋਰ। ਉਹ ਬਣ ਜਾਂਦੀ ਸਹਿਸਕ੍ਰਿਤੀ। ਉਸ ਸਹਿਸਕ੍ਰਿਤੀ ਵਿੱਚ ਗੁਰੂ ਸਾਹਿਬ ਨੇ ਕੁਝ ਬਚਨ ਸਾਡੇ ਨਾਲ ਸਾਂਝੇ ਕੀਤੇ ਨੇ। ਪਹਿਲਾਂ ਅਸੀਂ ਇੱਕ ਬਚਨ ਲੈਣਾ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ। ਗੁਰੂ ਨਾਨਕ ਦੇਵ ਮਹਾਰਾਜ ਜਦੋਂ ਕਾਂਸ਼ੀ ਵਿੱਚ ਗਏ, ਉੱਥੇ ਨਾ ਉਹ ਬਹੁਤ ਸਾਰੇ ਲੋਕ ਉਹਨਾਂ ਨੂੰ ਮਿਲਣ ਲਈ ਆਏ, ਜਿਨ੍ਹਾਂ ਵਿੱਚ ਇੱਕ ਬੜੇ ਵਿਦਵਾਨ ਪੰਡਿਤ ਸਨ, ਜਿਨ੍ਹਾਂ ਦਾ ਨਾਮ ਸੀ ਗੋਪਾਲ ਦੱਤ। ਉਹਨਾਂ ਦੇ ਸਾਥੀ ਤੇ ਗੋਪਾਲ ਦੱਤ ਗੁਰੂ ਨਾਨਕ ਸਾਹਿਬ ਦੇ ਦਰਸ਼ਨਾਂ ਨੂੰ ਆਏ ਤੇ ਉਹਨਾਂ ਨੇ ਆਖਿਆ, ਅਸੀਂ ਤੁਹਾਡੇ ਨਾਲ ਚਰਚਾ ਕਰਨਾ ਚਾਹੁੰਦੇ ਹਾਂ। ਕਿਉਂਕਿ ਉਹਨਾਂ ਨੇ ਸੁਣਿਆ ਸੀ ਕਿ ਗੁਰੂ ਨਾਨਕ ਸਾਹਿਬ ਨੂੰ ਪੰਜਾਬ ਦੇ ਖਿੱਤੇ ਵਿੱਚ ਲੋਕ ਅੱਜ ਕੱਲ੍ਹ ਭਾਵੇਂ ਗੁਰਮਤ ਅਵਤਾਰਵਾਦ ਦਾ ਖੰਡਨ ਕਰਦੀ ਏ, ਪਰ ਉਹ ਪੰਡਿਤ ਲੋਕ ਤੇ ਅਵਤਾਰ ਹੀ ਮੰਨਦੇ ਸਨ। ਉਹ ਕਹਿੰਦੇ ਸਨ ਕਿ ਪੰਜਾਬ ਦੇ ਲੋਕ ਜਾਂ ਸਾਧੂ ਸੰਤ ਇਸ ਤਰ੍ਹਾਂ ਆਖਦੇ ਨੇ ਕਿ ਗੁਰੂ ਨਾਨਕ ਕਲਯੁਗ ਦਾ ਅਵਤਾਰ ਹੋ ਕੇ ਪੈਦਾ ਹੋਏ ਨੇ। ਅਸੀਂ ਤੁਹਾਡੇ ਨਾਲ ਗੱਲਬਾਤ ਇਸ ਵਿਸ਼ੇ ਤੇ ਕਰਨਾ ਚਾਹੁੰਦੇ ਹਾਂ, ਤੁਹਾਡੀ ਪਰਖ ਕਰਨਾ ਚਾਹੁੰਦੇ ਹਾਂ। ਤੇ ਗੁਰੂ ਨਾਨਕ ਸਾਹਿਬ ਨੇ ਗੋਪਾਲ ਦੱਤ ਪੰਡਿਤ ਨੂੰ ਆਖਿਆ ਸੀ, ਪੰਡਿਤ ਜੀ ਮੈਂ ਚਰਚਾ ਤੇ ਤੁਹਾਡੇ ਨਾਲ ਕਰ ਸਕਦਾ, ਪਰ ਚਰਚਾ ਨਾ ਕਈ ਤਰ੍ਹਾਂ ਦੀ ਹੁੰਦੀ। ਇੱਕ ਚਰਚਾ ਹੁੰਦੀ, ਉਸ ਨੂੰ ਵਿਤੰਡਾਵਾਦ ਆਖਦੇ ਨੇ ਗੁਰਮਤਿ ਦੀ ਬੋਲੀ ਵਿੱਚ, ਵੀ ਮੈਂ ਤੁਹਾਡੇ ਨਾਲ ਚਰਚਾ ਤੇ ਕਰ ਸਕਦਾ ਪਰ ਵਿਤੰਡਾ ਚਰਚਾ ਨਹੀਂ ਮੈਂ ਕਰ ਸਕਦਾ। ਉਹ ਚਰਚਾ ਕੀ ਹੁੰਦੀ ਹੈ, ਥੋੜ੍ਹਾ ਜਿਹਾ ਉਹਨੂੰ ਸਮਝ ਲੈਂਦੇ ਹਾਂ। ਉਹ ਚਰਚਾ ਹੁੰਦੀ ਹੈ ਵੀ ਆਪਣਾ ਪੱਖ ਸਪਸ਼ਟ ਕਰਨ ਤੋਂ ਬਿਨਾਂ ਦੂਜੇ ਦੇ ਪੱਖ ਦਾ ਖੰਡਨ ਕਰਨਾ, ਉਸ ਨੂੰ ਵਿਤੰਡਾਵਾਦ ਆਖਦੇ ਨੇ। ਉਸ ਦੇ ਵਿੱਚੋਂ ਫਿਰ ਚਰਚਾ ਕਰਦਿਆਂ ਕਰਦਿਆਂ ਉਹ ਚਰਚਾ ਬਹਿਸ ਦਾ ਰੂਪ ਧਾਰਨ ਕਰ ਜਾਂਦੀ ਹੈ ਤੇ ਬਹਿਸ ਹੁੰਦੀ ਹੁੰਦੀ ਉਹ ਲੜਾਈ ਦਾ ਰੂਪ ਧਾਰਨ ਕਰ ਜਾਂਦੀ ਹੈ। ਉਸ ਨੂੰ ਵਿਤੰਡਾਵਾਦ ਆਖਦੇ ਨੇ। ਗੁਰੂ ਨਾਨਕ ਸਾਹਿਬ ਨੇ ਆਖਿਆ, ਮੈਂ ਉਹ ਵਿਤੰਡਾਵਾਦ ਨਹੀਂ ਕਰਨ ਦਾ ਹਾਮੀ, ਮੈਂ ਤੁਹਾਡੇ ਨਾਲ ਗੱਲਬਾਤ ਜ਼ਰੂਰ ਕਰਾਂਗਾ ਜੇ ਤੁਸੀਂ ਆਪਣੀ ਜ਼ਿੰਦਗੀ ਬਾਰੇ, ਜੀਵਨ ਬਾਰੇ, ਮਨੁੱਖਾ ਜੀਵਨ ਦੇ ਮਕਸਦ ਬਾਰੇ, ਉਸ ਮਕਸਦ ਨੂੰ ਪੂਰਿਆਂ ਕਿਵੇਂ ਕੀਤਾ ਜਾਏ ਉਹਦੇ ਬਾਰੇ ਗੱਲ ਕਰਨਾ ਚਾਹੋ ਤੇ ਮੈਂ ਤੁਹਾਡੇ ਨਾਲ ਕਰਨ ਲਈ ਜ਼ਰੂਰ ਰਾਜ਼ੀ ਹਾਂ, ਪਰ ਜੇਕਰ ਤੁਸੀਂ ਇਹ ਨਾ ਕਰਨਾ ਚਾਹੋ ਫਿਰ ਨਹੀਂ। ਪੰਡਿਤ ਗੋਪਾਲ ਦੱਤ ਜਿਹੜਾ ਬੜਾ ਸਿਆਣਾ ਪੁਰਸ਼ ਸੀ, ਆਖਣ ਲੱਗਾ, ਨਹੀਂ ਮਹਾਰਾਜ ਅਸੀਂ ਤੁਹਾਡੇ ਬਚਨ ਸੁਣਾਂਗੇ, ਤੁਸੀਂ ਸਾਨੂੰ ਦੱਸੋ ਸਾਡੇ ਜੀਵਨ ਦਾ ਮਕਸਦ ਕੀ ਹੈ, ਕਿਵੇਂ ਪੂਰਿਆਂ ਹੋ ਸਕਦਾ ਹੈ, ਅਸੀਂ ਇਸੇ ਹੀ ਵਿਸ਼ੇ ਤੇ ਗੱਲ ਕਰਾਂਗੇ ਤੇ ਸੁਣਾਂਗੇ। ਗੁਰੂ ਨਾਨਕ ਸਾਹਿਬ ਜੀ ਨੇ ਬਚਨ ਸਹਿਸਕ੍ਰਿਤੀ ਸਲੋਕਾਂ ਵਿੱਚ ਲਿਖੇ। ਉਹਨਾਂ ਨੇ ਆਖਿਆ, ਨਿਹਫਲੰ ਤਸਯ ਜਨਮਸਯ। ਇਹ ਸਹਿਸਕ੍ਰਿਤੀ ਹੈ ਜੀ, ਨਾ ਇਹ ਸੰਸਕ੍ਰਿਤ ਹੈ, ਨਾ ਇਹ ਪੰਜਾਬੀ ਹੈ, ਨਾ ਹਿੰਦੀ ਹੈ। ਤਸਯ ਉਸ ਮਨੁੱਖ ਦਾ, ਜਨਮਸਯ ਜਨਮ, ਨਿਹਫਲੰਗ ਵਿਅਰਥ। ਉਸ ਮਨੁੱਖ ਦਾ ਜਨਮ ਵਿਅਰਥ ਚਲਾ ਜਾਂਦਾ ਹੈ। ਕਿਸ ਮਨੁੱਖ ਦਾ? ਜਾਵਦ, ਜਿਸ ਦਾ ਜੋ ਬ੍ਰਹਮ ਨਾ ਬਿੰਦ ਤੇ, ਜਿਹੜੇ ਪ੍ਰਭੂ ਦੇ ਨਾਲ ਜਾਣ ਪਹਿਚਾਨ ਨਹੀਂ ਬਣਾ ਪਾਉਂਦੇ, ਉਹਨਾਂ ਮਨੁੱਖਾਂ ਦਾ ਜਨਮ ਵਿਅਰਥ ਚਲਾ ਜਾਂਦਾ ਹੈ। ਇਹ ਗੁਰੂ ਨਾਨਕ ਸਾਹਿਬ ਨੇ ਕਾਸ਼ੀ ਵਿੱਚ ਐਲਾਨ ਕੀਤਾ ਸੀ। ਸਾਗਰੰ ਸੰਸਾਰਸਯ, ਇਹ ਜਿਹੜਾ ਸੰਸਾਰ, ਇਸ ਨੂੰ ਸਾਗਰ ਕਹਿੰਦੇ ਨੇ ਤੇ ਸਾਗਰ ਦੇ ਵਿੱਚ ਵੱਡੇ ਵੱਡੇ ਬੇੜੇ ਡੁੱਬ ਜਾਂਦੇ ਨੇ। ਸਾਗਰ ਦੀਆਂ ਵੱਡੀਆਂ ਵੱਡੀਆਂ ਲਹਿਰਾਂ ਦਾ ਸਾਹਮਣਾ ਕਰਨ ਦੇ ਉਹ ਅਸਮਰਥ ਹੁੰਦੇ ਨੇ। ਇਹ ਸੰਸਾਰ ਜਿਹੜਾ ਸਾਗਰ, ਇਹਨੂੰ ਇਸ ਲਈ ਆਖਿਆ, ਇਹਦੇ ਵਿੱਚ ਵੱਡੇ ਵੱਡੇ ਗਿਆਨਵਾਨ ਲੋਕ ਆਏ, ਲੇਕਿਨ ਇਸ ਮੋਹ ਮਮਤਾ ਤੇ ਵਿਕਾਰਾਂ ਦੀਆਂ ਜਿਹੜੀਆਂ ਵੱਡੀਆਂ ਵੱਡੀਆਂ ਲਹਿਰਾਂ ਤੇ ਘੁੰਮਣ ਘੇਰੀਆਂ ਸਨ, ਉਹਨਾਂ ਦੇ ਵਿੱਚ ਉਹਨਾਂ ਦੀ ਜ਼ਿੰਦਗੀ ਦੇ ਬੇੜੇ ਗਰਕ ਹੁੰਦੇ ਵੇਖੇ ਜਾ ਸਕਦੇ ਨੇ। ਸਾਗਰੰ ਸੰਸਾਰਸਯ, ਇਹ ਪੰਡਿਤ ਜੀ, ਇਹ ਜਿਹੜਾ ਸੰਸਾਰ ਹੈ ਇਹ ਇੱਕ ਸਮੁੰਦਰ ਦੀ ਤਰ੍ਹਾਂ ਹੈ।
ਇਹਦੇ ਤੋਂ ਪਾਰ ਹੋਣਾ ਅਤੀ ਮੁਸ਼ਕਿਲ ਏ। ਗੁਰ ਪ੍ਰਸਾਦੀ ਤਰ ਹੈ ਕਿ ਕੁਝ ਲੋਕ ਗੁਰੂ ਦੀ ਕਿਰਪਾ ਪਾ ਕੇ ਸੰਸਾਰ ਭਵਜਲ ਤੋਂ ਪਾਰ ਲੰਘ ਜਾਂਦੇ ਨੇ। ਸੋ ਇਹਦਾ ਮਤਲਬ ਏ, ਉਹ ਪੰਡਤ ਜੀ ਨੂੰ ਕਹਿ ਰਹੇ ਸਨ, ਲੇਕਿਨ ਸਾਨੂੰ ਸਭਨਾਂ ਨੂੰ ਗੁਰੂ ਮਹਾਰਾਜ ਦਾ ਉਪਦੇਸ਼ ਏ ਕਿ ਸਾਨੂੰ ਗੁਰੂ ਦੀ ਕਿਰਪਾ ਦੇ ਪਾਤਰ ਬਣਨ ਦੀ ਜ਼ਰੂਰਤ ਏ। ਗੁਰੂ ਦੀ ਕਿਰਪਾ ਦੇ ਪਾਤਰ ਬਣ ਕੇ ਹੀ ਅਸੀਂ ਇਸ ਭਵ ਸਾਗਰ ਨੂੰ ਪਾਰ ਕਰ ਸਕਦੇ ਹਾਂ। ਜੇ ਅਸੀਂ ਗੁਰੂ ਦੀ ਕਿਰਪਾ ਨੂੰ ਪਾ ਕੇ ਬ੍ਰਹਮ ਨਾ ਬਿੰਦ ਤੇ ਬ੍ਰਹਮ ਵਾਹਿਗੁਰੂ ਜੀ ਦੇ ਨਾਲ ਜਾਣ ਪਹਿਚਾਨ ਨਾ ਬਣਾਈ, ਉਸ ਨੂੰ ਸਮਝ ਨਾ ਸਕੇ, ਨਿਹ ਫਲੰ ਤਸਯ ਜਨਮਸਯ, ਫਿਰ ਸਾਡਾ ਇਹ ਜਨਮ ਨਿਸ਼ਫਲ ਹੋ ਜਾਏਗਾ, ਕਿਸੇ ਅਰਥ ਨਹੀਂ ਰਹੇਗਾ। ਫਿਰ ਆਖਿਆ ਕਰਨ ਕਾਰਨ ਸਮਰੱਥ ਹੈ ਕਹੋ ਨਾਨਕ ਵਿਚਾਰ। ਭਾਈ ਇੱਕ ਗੱਲ ਵਿਚਾਰੋ, ਇੱਕ ਗੱਲ ਸਮਝੋ, ਤੇ ਉਹ ਸਮਝ ਤੇ ਗੁਰੂ ਗਿਆਨ ਦੁਆਰਾ ਹੀ ਪੈਣੀ ਹੈ ਨਾ, ਉਂਝ ਤੇ ਉਹ ਗੱਲ ਸਮਝ ਹੀ ਨਹੀਂ ਆਉਣੀ। ਦੁਨੀਆ ਦੇ ਕਿਸੇ ਸਕੂਲ ਵਿੱਚ ਇਹ ਪੜ੍ਹਾਈ ਹੀ ਨਹੀਂ ਜਾਂਦੀ ਕਿ ਸਾਡੇ ਤੋਂ ਬਿਨਾਂ ਹੋਰ ਵੀ ਕੋਈ ਸਮਰੱਥਾ ਦਾ ਮਾਲਕ ਹੈ ਜੋ ਕਰਨ ਕਾਰਨ ਨੂੰ ਸਮਰੱਥ ਹੈ। ਮਨੁੱਖ ਨੂੰ ਤੇ ਇਹ ਸਮਝਾਇਆ ਜਾਂਦਾ ਕਿ ਤੇਰੇ ਵਰਗਾ ਕੋਈ ਹੋਰ ਹੈ ਹੀ ਨਹੀਂ, ਔਰ ਅਸੀਂ ਸਾਰੇ ਇਹੋ ਹੀ ਗੱਲ ਪੱਲੇ ਬੰਨ੍ਹ ਕੇ ਬੈਠੇ ਹੋਏ ਹਾਂ ਕਿ ਮੇਰੇ ਵਰਗਾ ਕੋਈ ਹੋਰ ਨਹੀਂ, ਬਸ ਮੈਂ ਹੀ ਹਾਂ। ਕਹਿੰਦੇ ਨੇ ਪ੍ਰਮਾਤਮਾ ਨੇ ਜਦੋਂ ਮਨੁੱਖ ਨੂੰ ਸੰਸਾਰ ਤੇ ਭੇਜਿਆ ਸੀ, ਉਹਨੇ ਇੱਕ ਕੰਨ ਵਿੱਚ ਹਲਕੀ ਜਿਹੀ ਫੂਕ ਮਾਰੀ ਸੀ। ਹੈ ਤੇ ਉਹ ਬਨਾਵਟੀ ਗੱਲ, ਰੱਬ ਇਹੋ ਜਿਹੀਆਂ ਕੋਈ ਫੂਕਾਂ ਨਹੀਂ ਮਾਰਦਾ, ਪਰ ਚਲੋ ਇਸ ਤਰ੍ਹਾਂ ਕਹਿੰਦੇ ਨੇ ਵੀ ਉਹਨੇ ਹਲਕੀ ਜਿਹੀ ਇੱਕ ਫੂਕ ਮਾਰੀ ਕਿ ਇਸ ਦੁਨੀਆ ਵਿੱਚ ਤੇਰੇ ਵਰਗਾ ਮੈਂ ਪਹਿਲਾਂ ਕੋਈ ਨਹੀਂ ਭੇਜਿਆ, ਬਸ ਤੂੰ ਹੀ ਚੱਲਿਆ ਪਹਿਲੀ ਵਾਰੀ, ਤੂੰ ਹੀ ਦੁਨੀਆ ਦਾ ਬੇੜਾ ਬੰਨੇ ਲਾਏਂਗਾ ਬਸ। ਤੇ ਉਹ ਹੰਕਾਰ ਸਾਰੀ ਜ਼ਿੰਦਗੀ ਇਹ ਮਨੁੱਖ ਨਹੀਂ ਥੱਲੇ ਡਿੱਗਣ ਦਿੰਦਾ ਕਿ ਮੇਰੇ ਵਰਗਾ ਕੋਈ ਇਸ ਦੁਨੀਆ 'ਚ ਹੋਰ ਨਹੀਂ। ਲੇਕਿਨ ਗੁਰੂ ਨਾਨਕ ਸਾਹਿਬ ਆਖਦੇ ਨੇ ਵਿਚਾਰ ਕਰੋ, ਵਿਚਾਰ ਇਹ ਕਰੋ ਕਰਨ ਕਾਰਨ ਸਮਰੱਥ ਹੈ। ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ ਸਭ ਕਾਰਨਾਂ ਦੇ ਕਰਨ ਨੂੰ ਸਮਰੱਥ ਹੈ। ਇਸ ਸ੍ਰਿਸ਼ਟੀ ਦੀ ਰਚਨਾ ਰਚਨ ਨੂੰ ਪਰਮੇਸ਼ਵਰ ਸਮਰੱਥ ਹੈ। ਕਾਰਨ ਕਰਤੇ ਵਸ ਹੈ ਜਿਨ ਕਲ ਰੱਖੀ ਧਾਰ। ਜਿਸ ਪ੍ਰਭੂ ਨੇ ਇਸ ਰਚਨਾ ਨੂੰ ਰਚ ਕੇ, ਇਸ ਸ੍ਰਿਸ਼ਟੀ ਨੂੰ ਬਣਾ ਕੇ ਉਹਦੇ ਵਿੱਚ ਆਪਣੀ ਸੱਤਾ ਨੂੰ ਟਿਕਾਇਆ ਹੋਇਆ, ਇਸ ਰਚਨਾ ਨੂੰ ਰਚ ਕੇ ਇਸ ਤੋਂ ਵੱਖਰਾ ਹੋ ਕੇ ਨਹੀਂ ਬੈਠਾ। ਉਹਨੇ ਸਾਨੂੰ ਐਵੇਂ ਨਹੀਂ ਛੱਡ ਦਿੱਤਾ ਵੀ ਜਾਓ ਜੰਗਲ ਵਿੱਚ ਟੱਕਰਾਂ ਮਾਰੋ, ਨਹੀਂ, ਉਹ ਸਾਡੇ ਨਾਲ ਏ, ਸਾਡੇ ਨਾਲ ਗਿਆਨ ਰੂਪ ਵਿੱਚ ਰਹੇਗਾ ਜੇ ਅਸੀਂ ਗੁਰੂ ਦੀ ਗੱਲ ਨੂੰ ਸੁਣਾਂਗੇ। ਪਰ ਸੱਚਾਈ ਤੇ ਇਹੋ ਹੀ ਹੈ ਨਾ ਜੀ, ਅਸੀਂ ਮੱਥੇ ਟੇਕਣ ਤੱਕ ਹੀ ਸੀਮਤ ਰਹਿ ਗਏ। ਤੇ ਜੇ ਕੋਈ ਇਹ ਗੱਲ ਵੀ ਕਹਿੰਦਾ, ਅਸੀਂ ਉਹਦਾ ਵੀ ਗੁੱਸਾ ਕਰਦੇ ਹਾਂ ਵੀ ਇਹ ਤੂੰ ਕਿਉਂ ਆਖਿਆ। ਉਹ ਭਲਿਓ ਇਹੋ ਹੀ ਸੱਚਾਈ ਏ। ਮੱਥੇ ਟੇਕਿਆ ਕੁਝ ਨਹੀਂ ਜੇ ਹੋਣਾ। ਮੱਥਾ ਟੇਕਣ ਦਾ ਤੇ ਮਤਲਬ ਹੀ ਇੱਕ ਸੀ ਕਿ ਮੈਂ ਤੇਰੇ ਹਰ ਹੁਕਮ ਨੂੰ ਪ੍ਰਵਾਨ ਕਰਦਾ ਹਾਂ। ਕੋਰਟ ਵਿੱਚ ਸਿਰ ਕਿਉਂ ਝੁਕਾਉਂਦੇ ਹੋ ਜੱਜ ਸਾਹਿਬ ਦੇ ਸਾਹਮਣੇ? ਉਹਦਾ ਹੁਕਮ ਸੁਣ ਕੇ ਸਿਰ ਝੁਕਾਉਂਦੇ ਹੋ, ਭਾਵੇਂ ਉਹਨੇ ਸਜ਼ਾ ਹੀ ਕਿਉਂ ਨਾ ਸੁਣਾਈ ਹੋਵੇ। ਉਸ ਸਿਰ ਝੁਕਾਉਣ ਦਾ ਮਤਲਬ ਹੁੰਦਾ ਹੈ ਮੈਂ ਸਾਹਿਬ ਜੀ ਤੁਹਾਡੇ ਇਸ ਆਦੇਸ਼ ਨੂੰ ਕਬੂਲ ਕਰਦਾ ਹਾਂ। ਇੱਥੇ ਮੱਥੇ ਟੇਕੀ ਜਾਂਦੇ ਹਾਂ, ਪਰ ਕਦੀ ਅਸੀਂ ਗੁਰੂ ਦੇ ਆਦੇਸ਼ ਨੂੰ, ਗੁਰੂ ਦੀ ਸਿੱਖਿਆ ਨੂੰ ਆਪਣੇ ਜੀਵਨ ਵਿੱਚ ਉਸ ਤਰ੍ਹਾਂ ਲਿਆ। ਜੱਜ ਨੇ ਆਖਿਆ ਤੈਨੂੰ ਜੇਲ੍ਹ ਭੇਜਣਾ ਤੇ ਚੁੱਪ ਕਰਕੇ ਉਧਰ ਨੂੰ ਤੁਰ ਪੈਂਦੇ ਆ ਵੀ ਭੇਜ ਦੇ, ਮੈਂ ਜਾਵਾਂਗਾ, ਮੈਂ ਖੁਸ਼ ਹਾਂ। ਗੁਰੂ ਕਹਿੰਦਾ ਸਵੇਰੇ ਉੱਠ ਕੇ ਨਾਮ ਜਪੀ, ਉਹ ਤੇ ਜੇਲ੍ਹ ਨਹੀਂ ਭੇਜ ਰਹੇ ਸਾਨੂੰ। ਉਹ ਤਾਂ ਕਹਿੰਦੇ ਨੇ ਸਵੇਰੇ ਉੱਠ ਕੇ ਨਹਾ ਧੋ ਕੇ ਫਰੈਸ਼ ਹੋ ਕੇ ਨਾਮ ਜਪਿਆ ਕਰ, ਤੇਰੀ ਸਿਹਤ ਵੀ ਤੰਦਰੁਸਤ ਰਹੇਗੀ, ਤੇਰਾ ਮਨੋਬਲ ਵੀ ਉੱਚਾ ਰਹੇਗਾ। ਪਰ ਅਸੀਂ ਗੁਰੂ ਦੀ ਗੱਲ ਕਿੰਨੀ ਕੁ ਮੰਨਦੇ ਹਾਂ? 10 ਵਜੇ ਤੱਕ ਅਬਾਸੀਆਂ ਨਹੀਂ ਸਾਡੀਆਂ ਉੱਠਦੀਆਂ। ਸੱਚਾਈ ਨਹੀਂ ਹੈ। ਬਸ ਇਸ ਸੱਚਾਈ ਤੋਂ ਗੁੱਸਾ ਲੱਗਦਾ ਹੈ, ਨਹੀਂ ਲੱਗਣਾ ਚਾਹੀਦਾ। ਭਲਿਓ ਅਸੀਂ ਉਦਮ ਕਰੀਏ, ਅਸੀਂ ਹਿੰਮਤ ਜੁਟਾਈਏ, ਅੰਮ੍ਰਿਤ ਵੇਲਾ ਸੰਭਾਲੀਏ
ਤੇ ਅੰਮ੍ਰਿਤ ਵੇਲੇ ਉੱਠ ਕੇ ਪ੍ਰਭੂ ਦੀ ਬੰਦਗੀ ਵਿੱਚ ਜੁੜੀਏ। ਜਿਸ ਮਾਲਕ ਦੇ ਅਧੀਨ ਹਾਂ ਅਸੀਂ, ਜਿਸ ਮਾਲਕ ਨੇ ਸਾਨੂੰ ਪੈਦਾ ਕੀਤਾ, ਅਸੀਂ ਉਸ ਦੀ ਭਗਤੀ ਕਰਕੇ ਉਹਦੇ ਵਿੱਚ ਲੀਨ ਹੋਣਾ ਹੈ। ਅਸੀਂ ਕਦੀ ਨਾ ਸੋਚਿਆ ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ। ਇਹ ਨਦੀ, ਇਹ ਜ਼ਿੰਦਗੀ ਰੂਪ ਨਦੀ ਤੇ ਵਹਿੰਦੀ ਜਾ ਰਹੀ ਹੈ। ਇਸ ਨਦੀ ਨੇ ਨਹੀਂ ਰੁਕਣਾ, ਇਹ ਤੇ ਦਮ ਬਾ ਦਮ ਤੁਰੀ ਜਾ ਰਹੀ ਹੈ। ਕਦੇ ਦ੍ਰਿਸ਼ਟ ਨਾ ਧਾਰਤ, ਤੂੰ ਕਦੀ ਵੇਖਦਾ ਹੀ ਨਹੀਂ ਇਹਦੇ ਵੱਲ। ਜਨਮ ਹੋਇਆ, ਖੇਡ ਲਿਆ, ਬਚਪਨਾ ਗੁਜ਼ਾਰ ਲਿਆ, ਜਵਾਨੀ ਹੋਈ, ਵਿਕਾਰਾਂ 'ਚ ਹੰਢਾ ਲਈ, ਬੁਢੇਪਾ ਆਇਆ, ਹੁਣ ਖੂੰਡੀ ਦੇ ਸਹਾਰੇ ਬਸ ਮਰਨ ਦੀ ਉਡੀਕ ਪਏ ਕਰਨੇ ਆ। ਇਹ ਕੀ ਹੋ ਰਿਹਾ? ਇਹ ਜ਼ਿੰਦਗੀ ਹੈ ਸਾਡੀ। ਜੀਵਨ ਪਰਮੇਸ਼ਵਰ ਨੇ ਦਿੱਤਾ ਸੀ ਔਰ ਇਹ ਜੀਵਨ ਸਿਰਫ ਇੱਕੋ ਹੀ ਹੈ, ਇਹ ਦੋ ਨਹੀਂ ਹੁੰਦੇ ਕਦੇ ਵੀ। ਇੱਕੋ ਹੀ ਜੀਵਨ ਹੈ ਤੇ ਜੀਵਨ ਤਾਂ ਹੈ ਜੇ ਪਰਮੇਸ਼ਵਰ ਦੀ ਯਾਦ ਬਣੇ, ਨਹੀਂ ਤੇ ਇਹ ਸਾਡਾ ਜੀਵਨ ਕੋਈ ਜੀਵਨ ਨਹੀਂ। ਸੋ ਇਸ ਤੋਂ ਅੱਗੇ ਜੀ ਆਪਾਂ ਹੁਣ ਸਮਾਂ ਹੋ ਗਿਆ, ਅਗਲੇ ਐਤਵਾਰ ਨੂੰ ਤੁਹਾਡੇ ਨਾਲ ਫਿਰ ਗੱਲਬਾਤ ਸਾਂਝੀ ਕਰਾਂਗਾ। ਵਾਹਿਗੁਰੂ ਜੀ ਨੇ ਸਮਾਂ ਬਖਸ਼ਿਆ ਤੇ ਤੁਸੀਂ ਵੀ ਜ਼ਰੂਰ ਸੁਣਨ ਲਈ ਪਹੁੰਚਿਆ ਜੇ। ਆਪ ਸਾਰਿਆਂ ਨੇ ਅੱਜ ਦੇ ਵਿਚਾਰ ਬੜੇ ਪਿਆਰ ਨਾਲ ਬੈਠ ਕੇ ਸੁਣੀਏ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮੇਰੇ ਪਾਸੋਂ ਜਿਹੜੀਆਂ ਭੁੱਲਾਂ ਹੋਈਆਂ ਨੇ, ਗਲਤੀਆਂ ਹੋਈਆਂ ਨੇ, ਉਹਨਾਂ ਦੀ ਆਪ ਸਭਨਾਂ ਪਾਸੋਂ, ਗੁਰੂ ਪਾਸੋਂ ਖਿਮਾ ਚਾਹੁੰਦਾ ਹਾਂ। ਪਿਆਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।